ਹੈਲੋ ਸਟੂਡੈਂਟਸ, ਗੁੱਡ ਮॉर्निंग। ਰਾਜੀ ਅੱਜ ਆਪਣਾ ਟੌਪਿਕ ਸਟਾਰਟ ਕਰ ਰਹੇ ਹਾਂ ਆਪਾਂ ਨਵਾਂ ਚੈਪਟਰ 5th ਨੰਬਰ ਚੈਪਟਰ ਆ ਜਿਹਦਾ ਨਾਮ ਕੀ ਹੈ ਡੇਟਾਬੇਸ ਮੈਨੇਜਮੈਂਟ ਸਿਸਟਮ। ਡੇਟਾਬੇਸ ਮੈਨੇਜਮੈਂਟ ਸਿਸਟਮ ਹੈ ਕੀ ਹੈ? ਇੱਕ ਤਰ੍ਹਾਂ ਦੇ ਸਿਸਟਮ ਕਹਿ ਲਓ, ਤੁਸੀਂ ਸੋਫਟਵੇਅਰਸ ਕਹਿ ਲਓ, ਜਿਹੜੇ ਕਿ ਬਹੁਤ ਸਾਰੇ ਡਾਟਾ ਨੂੰ ਹੈਂਡਲ ਕਰਨ ਦੇ ਕੰਮ ਆਉਂਦੇ ਆ। ਮਤਲਬ ਕਿ ਬਹੁਤ ਸਾਰਾ ਡਾਟਾ, ਸਾਡੇ ਕੋਲ ਬਹੁਤ ਸਾਰਾ ਰਿਕਾਰਡ ਅੱਗੇ ਪਹਿਲਾਂ ਕੀ ਹੁੰਦਾ ਸੀ, ਟਰੈਡੀਸ਼ਨਲ ਫਾਈਲ ਸਿਸਟਮ ਜਦੋਂ ਆਪਾਂ ਯੂਜ਼ ਕਰਦੇ ਸੀਗੇ ਤਾਂ ਉਹਦੇ ਵਾਸਤੇ ਫਾਈਲਾਂ ਯੂਜ਼ ਕਰਦੇ ਸੀਗੇ, ਹੈ ਨਾ। ਮਤਲਬ ਲਿਖਤੀ ਰੂਪ ਵਿੱਚ ਰਿਕਾਰਡ ਰੱਖਿਆ ਹੁੰਦਾ ਸੀ। ਤੁਸੀਂ ਕਿਤੇ ਵੀ ਡਿਪਾਰਟਮੈਂਟ ਚਲੇ ਜਾਓ ਤਾਂ ਕੀ ਹੁੰਦਾ ਸੀ, ਰਜਿਸਟਰ, ਵੱਡੇ ਰਜਿਸਟਰ ਲੱਗੇ ਹੁੰਦੇ ਸੀਗੇ, ਉਹਨਾਂ ਵਿੱਚ ਰਿਕਾਰਡ ਰੱਖਿਆ ਜਾਂਦਾ ਸੀ। ਜਿਵੇਂ ਕਿ ਤੁਸੀਂ ਕਿਸੇ ਕੰਪਨੀ ਚਲੇ ਜਾਓ, ਉਹਨਾਂ ਦੇ ਇੰਪਲੋਇਜ਼ ਦਾ ਰਿਕਾਰਡ ਰੱਖਣਾ, ਉਹਨਾਂ ਦੀ ਸੈਲਰੀਜ਼ ਦਾ ਰਿਕਾਰਡ ਰੱਖਣਾ, ਤਾਂ ਰਜਿਸਟਰ ਲੱਗੇ ਹੁੰਦੇ ਸੀਗੇ। ਤਾਂ ਟਰੈਡੀਸ਼ਨਲ ਫਾਈਲ ਸਿਸਟਮ ਦੇ ਵੀ ਬਹੁਤ ਸਾਰੇ ਨੁਕਸਾਨ ਸੀਗੇ। ਇੱਕ ਤਾਂ ਪੇਪਰ ਵਰਕ ਬਹੁਤ ਹੁੰਦਾ ਸੀ, ਪੇਪਰ ਬੇਸਡ ਹੁੰਦਾ ਸੀਗਾ, ਠੀਕ ਆ। ਜ਼ਿਆਦਾ ਮੈਨ ਪਾਵਰ ਦੀ ਲੋੜ ਹੁੰਦੀ ਸੀਗੀ, ਇਨਸਾਨਾਂ ਦੀ ਜ਼ਿਆਦਾ ਲੋੜ ਸੀ ਜਿੰਨਾ ਕੰਮ ਹੁੰਦਾ ਸੀਗਾ। ਅਤੇ ਜਾਂ ਫਿਰ ਕੀ ਹੁੰਦਾ ਸੀਗਾ ਕਿ ਉਹਦਾ ਨੁਕਸਾਨ ਇਹ ਹੁੰਦਾ ਸੀ, ਇਹ ਫਾਈਲਸ ਕਈ ਵਾਰ ਗੁੰਮ ਹੋ ਜਾਂਦੀਆਂ ਸੀਗੀਆਂ, ਸੰਭਾਲੀਆਂ ਜਾਂਦੀਆਂ ਸੀਗੀਆਂ, ਜਾਂ ਫਿਰ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਡੈਮੇਜ ਉਹ ਹੋ ਜਾਂਦੀਆਂ ਸੀਗੀਆਂ। ਤਾਂ ਉਸ ਸਿਸਟਮ ਨੂੰ ਖ਼ਤਮ ਕਰਕੇ ਅੱਗੇ ਕੰਪਿਊਟਰਾਈਜ਼ ਸਿਸਟਮ ਆ ਗਿਆ। ਕੰਪਿਊਟਰਸ ਦੇ ਨਾਲ ਮਤਲਬ ਕਿ ਰਿਕਾਰਡ ਨੂੰ ਸਾਂਭਣਾ ਸ਼ੁਰੂ ਕਰ ਦਿੱਤਾ। ਜਿੱਦਾਂ ਮਤਲਬ ਕੰਪਿਊਟਰਾਈਜ਼ ਪ੍ਰਣਾਲੀ ਸ਼ੁਰੂ ਹੋਈ ਆ, ਉਦੋਂ ਤੋਂ ਜਿਹੜੇ ਰਿਕਾਰਡਸ ਨੇ ਉਹ ਕੰਪਿਊਟਰਾਈਜ਼ ਹੋਣੇ ਸ਼ੁਰੂ ਹੋ ਗਏ। ਹੁਣ ਕੰਪਿਊਟਰ ਦੇ ਵਿੱਚ ਹੀ ਇੱਦਾਂ ਦੇ ਸੋਫਟਵੇਅਰਸ ਆਉਂਦੇ ਆ ਜਿਨ੍ਹਾਂ ਦੀ ਹੈਲਪ ਨਾਲ ਅਸੀਂ ਬਹੁਤ ਸਾਰੇ ਡਾਟਾ ਨੂੰ, ਰਿਕਾਰਡ ਨੂੰ ਸੰਭਾਲ ਕੇ ਰੱਖ ਸਕਦੇ ਲੰਬੇ ਟਾਈਮ ਦੇ ਲਈ। ਅਤੇ ਉਹਨਾਂ ਨੂੰ ਮਤਲਬ ਕਿ ਉਹਨਾਂ ਰਿਕਾਰਡਸ ਨੂੰ ਸੇਵ ਕਰਨਾ ਵੀ ਸੌਖਾ ਗਾ। ਤਾਂ ਕੀ ਹੁੰਦਾ ਜੀ ਡਾਟਾਬੇਸ ਸਿਸਟਮ? ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਉਹ ਕਹਿੰਦੇ, ਅਸੀਂ ਜਾਣਦੇ ਹਾਂ ਡਾਟਾ ਇੱਕ ਤਰ੍ਹਾਂ ਦੇ ਤੱਥ ਦੇ ਅੰਕੜੇ ਹੁੰਦੇ ਹਨ। ਡਾਟਾ ਦੇ ਪ੍ਰੋਸੈਸ ਕੀਤੇ ਹੋਏ ਭਾਗ ਨੂੰ ਅਸੀਂ ਇਨਫੋਰਮੇਸ਼ਨ ਕਹਿੰਦੇ ਹਾਂ, ਰੂਪ ਨੂੰ। ਡਾਟਾ ਸਾਡੇ ਕੋਲ ਸਿਰਫ ਰॉ ਮਟੀਰੀਅਲ ਹੁੰਦਾ। ਲਾਈਕ ਡਾਟਾ ਕੀ ਆ, ਕੋਈ ਨੰਬਰ ਆ 25 ਇੱਕ ਜਸਟ ਡਾਟਾ ਗਾ, ਉਹਦਾ ਕੋਈ ਮੀਨਿੰਗ ਉਹਦਾ ਕੋਈ ਨਹੀਂ ਹੈਗਾ। ਬਟ ਜੇ ਅਸੀਂ ਕਹਾਂ ਰੋਲ ਨੰਬਰ 25, ਕਿਸੇ ਸਟੂਡੈਂਟ ਦਾ ਰੋਲ ਨੰਬਰ 25 ਆ, ਉੱਥੇ ਜਾ ਕੇ ਕੀ ਬਣ ਜਾਂਦੀ ਆ, ਉਹ ਇਨਫੋਰਮੇਸ਼ਨ ਬਣ ਜਾਂਦੀ ਹੈ। ਤਾਂ ਡਾਟਾ ਦੇ ਇੱਕ ਪ੍ਰੋਸੈਸਿੰਗ ਰੂਪ ਨੂੰ ਅਸੀਂ ਇਨਫੋਰਮੇਸ਼ਨ ਬੋਲਦੇ ਹਾਂ, ਜਿਹੜੀ ਕਿ ਮੀਨਿੰਗਫੁਲ ਹੁੰਦੀ ਹੈ ਇਨਸਾਨ ਦੇ ਲਈ। ਡਾਟਾ ਜਸਟ ਡਾਟਾ ਗਾ, ਰॉ ਮਟੀਰੀਅਲ ਆ, ਜਿਹਦਾ ਕੋਈ ਮੀਨਿੰਗ ਨਹੀਂ ਹੁੰਦਾ ਹੈਗਾ ਜਿੰਨਾ ਟਾਈਮ ਉਹਨੂੰ ਕੀ ਆ, ਇਨਫੋਰਮੇਸ਼ਨ ਦੇ ਵਿੱਚ ਅਸੀਂ ਤਬਦੀਲ ਨਹੀਂ ਕਰਦੇ ਹੈਗੇ। ਤਾਂ ਡਾਟਾ ਅਤੇ ਇਨਫੋਰਮੇਸ਼ਨ ਦੇ ਵਿੱਚ ਇਹੀ ਫਰਕ ਹੁੰਦਾ ਕਿ ਡਾਟਾ ਸਿਰਫ ਅਤੇ ਸਿਰਫ ਇੱਕ ਰॉ ਮਟੀਰੀਅਲ ਆ। ਡਾਟਾ ਦਾ ਹੋਰ ਕੋਈ ਕੰਮ ਨਹੀਂ। ਬਟ ਜਦੋਂ ਕੋਈ ਮਤਲਬ ਕਿ ਕਿਸੇ ਕੰਮ ਦੇ ਲਈ ਉਹਨੂੰ ਮਤਲਬ ਯੂਜ਼ ਕੀਤਾ ਜਾਂਦਾ ਗਾ, ਤਾਂ ਪ੍ਰੋਸੈਸ ਕੀਤਾ ਜਾਂਦਾ, ਉਹ ਇਨਫੋਰਮੇਸ਼ਨ ਬਣ ਜਾਂਦੀ ਜਿਹੜੀ ਕਿ ਮੀਨਿੰਗਫੁਲ ਹੁੰਦੀ ਹੈ ਕਿਸੇ ਦੇ ਵੀ ਲਈ, ਠੀਕ ਹੈ ਜੀ। ਜਿਵੇਂ ਕਿ ਇਹਨਾਂ ਨੇ 24 ਨੂੰ ਡਾਟਾ ਮੰਨਿਆ, ਬਟ ਜੇ ਕਿਸੇ ਦੀ ਉਮਰ 24 ਹੋਵੇ ਤਾਂ ਉਹ ਇੱਕ ਮੀਨਿੰਗਫੁਲ ਆ, ਇਨਫੋਰਮੇਸ਼ਨ ਬਣ ਗਈ। ਸਟਰੀਟ ਨੰਬਰ 24 ਆ ਤਾਂ ਉਹ ਵੀ ਇਨਫੋਰਮੇਸ਼ਨ ਆ। ਤਾਂ ਸੈਕਟਰ ਨੰਬਰ ਮੀਨਸ ਕੋਈ ਐਡਰੈਸ ਬਣ ਗਿਆ, ਪਰਟੀਕੂਲਰ ਉਹ ਇਨਫੋਰਮੇਸ਼ਨ ਆ। ਤਾਂ ਪ੍ਰੋਸੈਸ ਹੋਣ ਤੋਂ ਬਾਅਦ ਹੀ ਆ। ਤਾਂ ਆਪਣੇ ਕੋਲ ਕੀ ਹੈ, ਡਾਟਾ ਗਾ। ਇਹਦੇ ਵਿੱਚ ਇੱਕ ਟੇਬਲ ਦਿੱਤਾ ਹੈ, ਸਟੂਡੈਂਟ ਐਂਟੀਟੀ ਦਾ ਟੇਬਲ ਆ। ਇਹਦੇ ਵਿੱਚ ਕੀ ਦਿੱਤਾ ਹੈ, ਰੋਲ ਨੰਬਰ ਆ, ਨੇਮ, ਫਾਦਰ ਨੇਮ, ਕਲਾਸ, ਐਡਮਿਸ਼ਨ ਨੰਬਰ, DOB ਆ, ਡੇਟ ਆਫ ਬਰਥ ਆ। ਤਾਂ ਜਿਹੜੇ ਰੋਲ ਨੰਬਰ ਹੋ ਗਏ, ਨੇਮ ਹੋ ਗਏ, ਫਾਦਰ ਨੇਮ, ਜਸਟ ਇਹ ਹਜੇ ਡਾਟਾ ਗਾ। ਬਟ ਜਦੋਂ ਇਹ ਇਕੱਠੇ ਹੋ ਕੇ, ਠੀਕ ਹੈ, ਇੱਕ ਰਿਕਾਰਡ ਬਣ ਜਾਂਦੇ ਆ ਤਾਂ ਇੱਕ ਮੀਨਿੰਗਫੁਲ ਹੋ ਜਾਂਦਾ ਗਾ, ਠੀਕ ਹੈ, ਸਾਡੇ ਵਾਸਤੇ। ਤਾਂ ਇਹਦੇ ਵਿੱਚ ਕੀ ਆ, ਇਹ ਫਾਈਲ ਔਰ ਜਾਂ ਟੇਬਲ ਬਣਿਆ ਹੈਗਾ। ਕਿਸੇ ਵਿਸ਼ੇਸ਼ ਜਿਹੜੇ ਨਿੱਕੇ ਕਿਸੇ ਵਿਸ਼ੇਸ਼ ਆਈਟਮ ਦੀ ਸੰਬੰਧਿਤ ਜਾਣਕਾਰੀ ਨੂੰ ਰਿਕਾਰਡ ਮੰਨਿਆ ਜਾ ਸਕਦਾ ਹੈ। ਕਿਸੇ ਵੀ ਹੁਣ ਆਈਟਮ ਕੀ ਹੋ ਸਕਦੀ ਆ, ਪਹਿਲਾ ਰਿਕਾਰਡ ਕੀ ਹੈ, ਪਹਿਲੇ ਰਿਕਾਰਡ ਦੇ ਵਿੱਚ ਬੱਚੇ ਦਾ ਨਾਮ ਅਮਿਤ ਕੁਮਾਰ ਆ, ਅਜੇ ਕੁਮਾਰ ਆ, ਫਾਦਰ ਨੇਮ ਉਹਦਾ ਅਲੱਗ ਤੋਂ, ਉਹਦਾ ਕਲਾਸ 8th ਆ, ਰੋਲ ਨੰਬਰ, ਐਡਮਿਸ਼ਨ ਨੰਬਰ ਦਿੱਤਾ ਹੈ, ਡੇਟ ਆਫ ਬਰਥ ਆ। ਤਾਂ ਇੱਕ ਪੂਰਾ ਪ੍ਰੋਪਰ ਰਿਕਾਰਡ ਆ ਬੱਚੇ ਦਾ, ਠੀਕ ਹੈ ਜੀ। ਤਾਂ ਇਹਨੂੰ ਕੀ ਬੋਲਦੇ, ਪੂਰੀ ਪਹਿਲੀ ਰੋ ਨੂੰ ਰਿਕਾਰਡ ਬੋਲਦੇ ਹਨ। ਵੱਖ ਵਿਦਿਆਰਥੀਆਂ ਦੇ ਸੰਬੰਧਿਤ ਰਿਕਾਰਡ ਦੇ ਇਕੱਠ ਨੂੰ ਫਾਈਲ ਵੀ। ਹੁਣ ਜੇ ਇਹ ਰਿਕਾਰਡ ਇਕੱਠੇ ਹੋ ਜਾਂਦੇ ਆ, ਜਿਵੇਂ ਹੁਣ 5 ਰਿਕਾਰਡ ਜਾਂ 10 ਬੱਚਿਆਂ ਦੇ ਰਿਕਾਰਡ ਜਾਂ 100 ਬੱਚਿਆਂ ਦਾ ਰਿਕਾਰਡ ਜਾਂਦਾ, ਉਹ ਟੇਬਲ ਕਹਿਲਾਉਂਦਾ, ਜਾਂ ਫਿਰ ਉਹਨੂੰ ਕੀ ਬੋਲ ਦਿੰਦੇ ਹਾਂ ਅਸੀਂ, ਫਾਈਲ ਬੋਲ ਦਿੰਦੇ ਹਾਂ। ਫਾਈਲਾਂ ਜਾਂ ਟੇਬਲ ਦੇ ਭੰਡਾਰ ਨੂੰ, ਜਾਂ ਅੱਗੇ ਹੁਣ ਜਿਹੜੇ ਫਾਈਲਸ ਨੇ ਜਾਂ ਫਿਰ ਟੇਬਲਸ ਬਹੁਤ ਸਾਰੇ ਬਣੇ ਆ, ਉਹਨਾਂ ਦੇ ਗਾਹਾਂ ਕਲੈਕਸ਼ਨ ਨੂੰ, ਉਹਨਾਂ ਦੇ ਭੰਡਾਰ ਨੂੰ ਕੀ ਬੋਲਦੇ ਹਾਂ ਅਸੀਂ, ਡਾਟਾ ਬੇਸ ਬੋਲਦੇ ਹਾਂ। ਤਾਂ ਹੁਣ ਅਸੀਂ ਡਾਟਾਬੇਸ ਦੇ ਹਾਇਰਾਰਕੀ ਨੂੰ ਸਮਝ ਸਕਦੇ ਹਾਂ। ਡਾਟਾਬੇਸ ਦੀ ਹਾਇਰਾਰਕੀ ਮਤਲਬ ਕਿਸ ਆਰਡਰ ਦੇ ਵਿੱਚ ਉਹ ਬੰਦ ਆ ਸਕਦੇ ਹਾਂ ਅਸੀਂ। ਤਾਂ ਇਸ ਨੂੰ ਹੇਠਾਂ ਲਿਖੇ ਅਨੁਸਾਰ ਦਰਸਾਇਆ ਜਾਂਦਾ। ਜਿਵੇਂ ਸਭ ਤੋਂ ਪਹਿਲਾਂ ਲੈਵਲ 0 ਆ, ਲੈਵਲ 0 ਦੇ ਉੱਪਰ ਸਿੰਗਲ ਬਿਟ ਲਾਈਕ 0 ਜਾਂ 1 ਹੁੰਦੀ ਆ। ਲੈਵਲ 2 ਦੇ ਉੱਪਰ ਕਰੈਕਟਰ ਆ ਜਾਂਦੇ ਆ, ਜਿਵੇਂ ਕਿ ਮਲਟੀਪਲ ਰਿਲੇਟਡ ਬਿਟਸ ਹੋ ਗਈਆਂ, ਠੀਕ ਆ। ਲੈਵਲ 2 ਦੇ ਉੱਤੇ ਆ ਜਾਂਦੇ ਫੀਲਡ ਪ੍ਰੋਪਰ ਇੱਕ, ਠੀਕ ਆ। ਫੀਲਡ ਜਿਵੇਂ ਕਿ ਹੁਣ ਇਹਦੇ ਵਿੱਚ ਫੀਲਡ ਕੀ ਆ,
ਇਹਦੇ ਵਿੱਚ ਰੋਲ ਨੰਬਰ ਅਲੱਗ ਦਾ ਫੀਲਡ ਆ, ਨੇਮ ਅਲੱਗ ਫੀਲਡ ਆ, ਫਾਦਰ ਨੇਮ, ਬਟ ਇਹ ਕੰਬਾਈਨਡ ਹੋ ਕੇ ਇਕੱਠੇ ਹੋ ਕੇ ਕੀ ਬਣ ਜਾਂਦੇ ਚੌਥੇ ਲੈਵਲ ਦੇ ਵਿੱਚ। ਤੀਸਰੇ ਲੈਵਲ 'ਚ ਰਿਕਾਰਡ ਹਾਇਰਾਰਕੀ ਬਣਾਇਆ, ਇਹ ਤੋਂ ਬਾਅਦ ਰਿਕਾਰਡ ਬਣਦੇ ਆ। ਰਿਕਾਰਡ ਤੋਂ ਕੀ ਬਣਦੇ ਚੌਥੀ ਲੈਵਲ ਦੇ ਵਿੱਚ ਫਾਈਲਾਂ ਬਣਦੀਆਂ। ਫਾਈਲਾਂ ਤੋਂ ਕੀ ਬਣਦਾ ਫਿਫਥ ਲੈਵਲ ਦੇ ਵਿੱਚ ਡਾਟਾਬੇਸ ਬਣਦਾ। ਡਾਟਾਬੇਸ ਦੀ ਅਸਲੀ ਡੈਫੀਨੇਸ਼ਨ ਕੀ ਹੈ ਜੀ? ਡਾਟਾਬੇਸ ਸੰਬੰਧਿਤ ਅੰਤਰ ਸੰਬੰਧਿਤ ਡਾਟਾ ਦਾ ਸੰਗ੍ਰਹਿ ਹੈ ਜੋ ਡਾਟਾ ਨੂੰ ਮੁੜ ਪ੍ਰਾਪਤ, ਇਨਸਰਟ ਕਰਨ ਅਤੇ ਮਿਟਾਉਣ ਲਈ ਵਰਤਿਆ ਜਾਂਦਾ ਹੈ। ਮਤਲਬ ਡਾਟਾਬੇਸ ਕੀ ਹੈ? ਇੱਕ ਤਰ੍ਹਾਂ ਦਾ ਮੈਨੇਜਮੈਂਟ ਸਿਸਟਮ ਜਿਹਦੇ ਵਿੱਚ ਅਸੀਂ ਡਾਟਾ ਨੂੰ ਕਿਵੇਂ ਪਾਉਣਾ ਗਾ, ਕਿਵੇਂ ਉਹਨੂੰ ਡਿਲੀਟ ਕਰ ਸਕਦੇ ਹਾਂ, ਕਿਵੇਂ ਉਹ 'ਚ ਅਪਡੇਸ਼ਨ ਕਰ ਸਕਦੇ ਹਾਂ, ਉਹ ਚੀਜ਼ਾਂ ਹੁੰਦੀਆਂ ਨੇ। ਇੱਕ ਟਾਈਮ ਇਹ ਇੱਕ ਟੇਬਲ ਵੀ ਹੋ ਸਕਦਾ, ਸਕੀਮ, ਵਿਚਾਰ, ਰਿਪੋਰਟਾਂ ਦੇ ਰੂਪ ਵਿੱਚ ਡਾਟਾ ਨੂੰ ਸੰਗਠਿਤ ਕਰਨ ਲਈ ਵਰਤਿਆ ਜਾਂਦਾ ਹੈ। ਡਾਟਾਬੇਸ ਦਾ ਮੁੱਢਲਾ ਉਦੇਸ਼ ਸਾਰੇ ਵੱਖੋ ਵੱਖਰੇ ਸਰੋਤਾਂ ਤੋਂ ਡਾਟਾ ਇਕੱਠਾ ਕਰਨਾ ਹੈ ਤਾਂ ਜੋ ਬਹੁਤ ਸਾਰੇ ਯੂਜ਼ਰਸ ਨੂੰ ਉਹਨਾਂ ਦੇ ਵੱਖ-ਵੱਖ ਉਦੇਸ਼ਾਂ ਲਈ ਲਾਭਦਾਇਕ ਜਾਣਕਾਰੀ ਉਪਲਬਧ ਕਰਵਾਈ ਜਾ ਸਕੇ। ਠੀਕ ਹੈ ਜੀ। ਡਾਟਾਬੇਸ ਦਾ ਮਤਲਬ ਕੀ ਹੁੰਦਾ? ਡਾਟਾਬੇਸ ਉਹ ਆ ਜਿਹਦੇ ਵਿੱਚ ਬਹੁਤ ਸਾਰੇ ਡਾਟਾ ਦਾ ਰਿਕਾਰਡ ਹੁੰਦਾ ਗਾ। ਮਤਲਬ ਕਿ ਡਾਟਾ ਦਾ ਰਿਕਾਰਡ ਨਹੀਂ, ਕਿਸੇ ਵੀ ਤਰ੍ਹਾਂ ਦੇ ਰਿਕਾਰਡ, ਸਟੂਡੈਂਟਸ ਦੇ ਰਿਕਾਰਡ, ਇੰਪਲੋਇਜ਼ ਦੇ ਰਿਕਾਰਡਸ, ਠੀਕ ਹੈ, ਟੀਚਰਸ ਦੇ ਰਿਕਾਰਡ, ਸਾਰੇ ਜੋ ਰੱਖੇ ਹੁੰਦੇ ਆ, ਜਿਸ ਜਗ੍ਹਾ ਰੱਖੇ ਜਾਂਦੇ ਉਹਨੂੰ ਕੀ ਬੋਲਦੇ ਆ? ਡਾਟਾਬੇਸ ਬੋਲਦੇ ਆ। ਅੱਗੇ ਹੈ ਜੀ DVMS ਦੀ ਫੁੱਲ ਫਾਰਮ ਹੁੰਦੀ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। ਹੁਣ ਜੋ ਡਾਟਾਬੇਸ ਬਣਾਏ ਜਾਂਦੇ ਆ ਉਹਨਾਂ ਨੂੰ ਹੈਂਡਲ ਕਰਨ ਵਾਸਤੇ, ਉਹਨੂੰ ਮੈਨੇਜ ਕਰਨ ਲਈ, ਉਹਦੇ 'ਤੇ ਕੰਮ ਕਰਨ ਲਈ ਜਿਹੜੇ ਸੋਫਟਵੇਅਰ ਯੂਜ਼ ਕੀਤੇ ਜਾਂਦੇ ਆ, ਠੀਕ ਹੈ, ਉਹਨਾਂ ਨੂੰ ਸਿਸਟਮ ਬੋਲਦੇ ਆ, ਜਿਨ੍ਹਾਂ ਦਾ ਮਤਲਬ ਕਿ ਜਿਵੇਂ ਕਿ DVMS ਜਿਹੜੇ ਕੰਪਿਊਟਰ ਸੋਫਟਵੇਅਰ ਯੂਜ਼ ਕਰਦੇ ਆ। DVMS ਦੀ ਫੁੱਲ ਫਾਰਮ ਕੀ ਹੈ? ਡਾਟਾਬੇਸ ਮੈਨੇਜਮੈਂਟ ਸਿਸਟਮ। ਤਾਂ ਇਹਨਾਂ ਨੇ ਦੱਸਿਆ ਕਿ ਪੁਰਾਣੇ ਸਮੇਂ ਦੇ ਵਿੱਚ ਅਸੀਂ ਡਾਟਾ ਨੂੰ ਫਾਈਲਾਂ ਵਿੱਚ ਰੱਖਦੇ ਸੀਗੇ। ਟਰੈਡੀਸ਼ਨਲ ਫਾਈਲ ਸਿਸਟਮ ਹੁੰਦਾ ਸੀਗਾ, ਉਹਦੇ ਵਿੱਚ ਕੀ ਸੀ? ਜ਼ਿਆਦਾਤਰ ਪੇਪਰ ਵਰਕ ਹੁੰਦਾ ਸੀਗਾ। ਬਟ ਹੁਣ ਕੀ ਯੂਜ਼ ਹੋਣ ਲੱਗ ਗਏ? ਕੰਪਿਊਟਰਾਈਜ਼ਡ ਰਿਕਾਰਡ ਹੋਣ ਲੱਗ ਗਏ ਆ। DVMS ਇੱਕ ਕੰਪਿਊਟਰਾਈਜ਼ਡ ਰਿਕਾਰਡ ਕੀਪਿੰਗ ਸਿਸਟਮ ਆ ਜੋ ਸਾਨੂੰ ਇੱਕ ਤੇਜ਼ ਅਤੇ ਸੁਰੱਖਿਅਤ ਢੰਗ ਨਾਲ ਕੰਪਿਊਟਰ ਦੀ ਵਰਤੋਂ ਕਰਦੇ ਹੋਏ ਡਾਟਾ ਨੂੰ ਇਲੈਕਟ੍ਰੋਨਿਕ ਤਰੀਕੇ ਨਾਲ ਵਿਵਸਥਿਤ ਅਤੇ ਤਬਦੀਲੀ ਕਰਨ ਦੀ ਆਗਿਆ ਦਿੰਦਾ ਹੈ। ਇਹ ਸਾਨੂੰ ਸੌਫਟਵੇਅਰ ਅਤੇ ਕੰਪਿਊਟਰ ਦੀ ਵਰਤੋਂ ਕਰਦੇ ਹੋਏ ਡਾਟਾ ਨੂੰ ਸਟੋਰ ਕਰਨ ਅਤੇ ਕਾਇਮ ਰੱਖਣ ਦੀ ਆਗਿਆ ਵੀ ਦਿੰਦਾ ਹੈ। ਆਸਾਨ ਸ਼ਬਦਾਂ ਵਿੱਚ ਡਾਟਾਬੇਸ ਮੈਨੇਜਮੈਂਟ ਸਿਸਟਮ ਕੀ ਆ? ਇੱਕ ਤਰ੍ਹਾਂ ਦਾ ਸੌਫਟਵੇਅਰ ਜੋ ਕੰਪਿਊਟਰ ਯੂਜ਼ ਕਰਦਾ, ਜਿਹਦੀ ਹੈਲਪ ਨਾਲ ਅਸੀਂ ਡਾਟਾਬੇਸ ਨੂੰ ਮੈਨੇਜ ਕਰਦੇ ਹਾਂ। ਲਾਈਕ ਡਾਟਾਬੇਸ ਬਣਾਉਂਦੇ ਹਾਂ, ਡਾਟਾਬੇਸ ਦੇ ਵਿੱਚ ਰਿਕਾਰਡ ਇਨਸਰਟ ਕਰਦੇ ਹਾਂ। ਇਨਸਰਟ ਮੀਨਸ ਪਾਉਣਾ, ਠੀਕ ਆ, ਉਹਦੇ 'ਚ ਅਪਡੇਸ਼ਨ ਕਰਦੇ ਹਾਂ, ਉਹਨਾਂ 'ਚ ਡਿਲੀਟ ਕਰਦੇ ਹਾਂ ਕੁਛ ਵੀ। ਉਦਾਹਰਨ ਦੇ ਲਈ ਜਿਵੇਂ ਸਕੂਲ ਡਾਟਾਬੇਸ ਐਡਮਿਨਿਸਟ੍ਰੇਟਰ ਆ ਕੋਈ, ਸਟਾਫ ਅਤੇ ਵਿਦਿਆਰਥੀਆਂ ਆਦਿ ਦੇ ਡਾਟਾ ਨੂੰ ਵਿਵਸਥਿਤ ਕਰਦਾ ਹੈ। ਕੁਝ ਪ੍ਰਸਿੱਧ DVMS ਮਤਲਬ ਸੌਫਟਵੇਅਰਸ ਕਿਹੜੇ ਕੰਮ ਚੱਲ ਰਹੇ ਨੇ ਮਾਰਕੀਟ ਦੇ ਵਿੱਚ ਕੰਪਿਊਟਰ ਦੇ ਉੱਪਰ ਕੰਮ ਜਿਹੜੇ ਕਰਦੇ ਆ, ਲਾਈਕ ਮਾਈਸੀਕਲ ਹੋ ਗਿਆ ਜੀ, ਜਾਂ ਫਿਰ ਮਾਈਕਰੋਸੋਫਟ ਐਕਸੈਸ ਹੋ ਗਿਆ, DBase ਹੋ ਗਿਆ, ਫੌਕਸ ਪ੍ਰੋ ਹੋ ਗਿਆ, ਔਰੈਕਲ ਹੋ ਗਿਆ, ਠੀਕ ਹੈ, ਬਹੁਤ ਸਾਰੇ ਹੈਗੇ ਆ ਮਾਰਕੀਟ ਦੇ ਵਿੱਚ ਸੌਫਟਵੇਅਰ ਯੂਜ਼ ਕੀਤੇ ਜਾਂਦੇ ਆ। DVMS ਕਈ ਕਾਰਜਾਂ ਨੂੰ ਪੂਰਾ ਕਰਨ ਲਈ ਇੰਟਰਫੇਸ ਪ੍ਰਦਾਨ ਕਰਦਾ ਹੈ। ਡਾਟਾਬੇਸ ਬਣਾਉਣਾ, ਡਾਟਾਬੇਸ ਨੂੰ ਜਿਵੇਂ ਕੰਮ ਕੀ ਹੈ DVMS ਦੇ ਸੌਫਟਵੇਅਰਸ 'ਤੇ? ਡਾਟਾਬੇਸ ਬਣਾਉਣਾ, ਉਹਦੇ ਵਿੱਚ ਟੇਬਲ ਬਣਾਉਣੇ, ਡਾਟਾ ਨੂੰ ਸਟੋਰ ਕਰਨਾ, ਅਪਡੇਟ ਕਰਨਾ, ਡਿਲੀਟ ਕਰਨਾ। ਇਹ ਡਾਟਾਬੇਸ ਨੂੰ ਪ੍ਰੋਡਕਸ਼ਨ ਅਤੇ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਮਲਟੀਪਲ ਯੂਜ਼ਰ ਦੇ ਮਾਮਲੇ ਵਿੱਚ ਇਹ ਡਾਟਾ ਦੀ ਇਕਸਾਰਤਾ ਵੀ ਬਣਾਈ ਰੱਖਦਾ ਹੈ। ਕਿੱਥੇ ਯੂਜ਼ ਹੁੰਦੇ ਆ ਜੀ DVMS? ਕਿੱਥੇ ਯੂਜ਼ ਹੋ ਰਿਹਾ ਹੈਗਾ? ਮਤਲਬ ਜੇ ਆਪਾਂ ਦੇਖਿਆ ਜਾਵੇ ਤਾਂ ਕਿਹੜੇ ਡਿਪਾਰਟਮੈਂਟ 'ਚ ਯੂਜ਼ ਹੁੰਦਾ, ਉਹ ਆਪਾਂ ਕੱਲ੍ਹ ਵਾਲੀ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ। ਜੇ ਹੁਣ ਤੱਕ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੁੰਦੀ ਹੈ ਸਟੂਡੈਂਟਸ, ਪਹਿਲੀ ਗੱਲ ਤਾਂ ਤੁਸੀਂ ਸਾਰੇ ਜਣੇ ਲੈਕਚਰ ਨਹੀਂ ਸੁਣਦੇ ਹੈਗੇ। ਜੇ ਲੈਕਚਰ ਸੁਣੋਗੇ ਫਿਰ ਹੀ ਤੁਹਾਨੂੰ ਡਾਊਟਸ ਵਗੈਰਾ, ਪ੍ਰੋਬਲਮਸ ਵਗੈਰਾ ਡਿਸਕਸ ਤੁਸੀਂ ਸਾਡੇ ਨਾਲ ਕਰੋਗੇ। ਜੇ ਡਾਊਟਸ ਵਗੈਰਾ ਹੈ, ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ, ਡਿਸਕਸ ਕਰ ਸਕਦੇ ਹੋ ਮੈਸੇਜ ਵਗੈਰਾ ਕਰਕੇ। ਥੈਂਕ ਯੂ ਸੋ ਮਚ।